ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਚੰਦਰ ਪ੍ਰਕਾਸ਼ ਵਿੱਚ ਸ਼੍ਰੀ ਪ੍ਰਤਾਪ ਹਰੀ ਜੀ ਬੇਦੀ ਜੀ ਨੇ ਲਿਖਿਆ ਹੈ ਕਿ ਜਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਾਰਠ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਏ ਤਾਂ ਇੱਥੇ ਇੱਕ ਚਰਪਟਨਾਥ ਜੋਗੀ ਰਹਿੰਦਾ ਸੀ। ਉਹ ਬਾਬਾ ਸ਼੍ਰੀ ਚੰਦ ਜੀ ਦੇ ਨਾਮ ਤੋਂ ਅਤੇ ਸ਼ਕਤੀ ਤੋਂ ਚੰਗੀ ਤਰ੍ਹਾਂ ਜਾਣੂ ਸੀ। ਉਸਨੇ ਬਗੀਚੀ ਵਿੱਚੋਂ ਆਪਣੇ ਚੇਲੇ ਦੇ ਹੱਥ ਇੱਕ ਅੰਬ ਪ੍ਰਸ਼ਾਦ ਦੇ ਤੌਰ 'ਤੇ ਭੇਜਿਆ ਤਾਂ ਧਰਮਚੰਦ ਜੀ ਨੇ ਉਸ ਨੂੰ ਆਖਿਆ ਕਿ ਬਾਬਾ ਜੀ, ਧਰਮਚੰਦ ਜੀ ਅਤੇ ਕਮਲੀਆ ਜੀ, ਅਸੀਂ 3 ਆਦਮੀ ਹਾਂ। ਇਹ ਤਿੰਨੀ ਥਾਈਂ ਕਿਸ ਤਰ੍ਹਾਂ ਵੰਡੀਏ? ਜੇ 3 ਅੰਬ ਹੋਣ ਤਾਂ ਭੇਜੋ। ਚਰਪਟ ਨੇ ਮੁੜਮਾ ਉੱਤਰ ਭੇਜਿਆ ਕਿ ਮੇਰੇ ਪਾਸ ਤਾਂ ਇੱਕੋ ਹੀ ਅੰਬ ਹੈ। ਜੇ ਬਹੁਤੇ ਚਾਹੀਦੇ ਹਨ ਤਾਂ ਤੁਸੀਂ ਨਵਾਂ ਬਗੀਚਾ ਲਾ ਲਓ। ਬਾਬਾ ਸ਼੍ਰੀ ਚੰਦ ਜੀ ਨੇ ਉਸ ਦਾ ਉੱਤਰ ਸੁਣ ਕੇ ਉਸ ਦਾ ਹੰਕਾਰ ਤੋੜਨ ਲਈ ਉਸੇ ਹੀ ਅੰਬ ਨੂੰ ਨਿਚੋੜ ਕੇ ਨਾਲ ਦੀ ਪਈ ਖਾਲੀ ਖੇਤੀ ਵਿੱਚ ਛਿੜਕਾ ਦਿੱਤਾ, ਜਿਸ ਨਾਲ ਰਾਤੋਂ ਹੀ ਰਾਤ ਬਗੀਚੀ ਅੰਬਾਂ ਨਾਲ ਭਰਪੂਰ ਹੋ ਗਈ। ਜਦ ਦਿਨ ਚੜ੍ਹਿਆ ਤਾਂ ਲੋਕਾਂ ਨੇ ਵੇਖਿਆ ਕਿ ਇਹ ਬਗੀਚੀ ਕਿੱਥੋਂ ਆ ਗਈ ਹੈ ਅਤੇ ਸਾਰੇ ਅੰਬ ਵੀ ਪੱਕੇ ਰਸੇ ਪਏ ਹਨ। ਜਦ ਚਰਪਟਨਾਥ ਨੇ ਇਹ ਕੌਤਕ ਸੁਣਿਆ ਤੇ ਵੇਖਿਆ ਤਾਂ ਉਹ ਸ਼ਰਮ ਦਾ ਮਾਰਿਆ ਹੋਇਆ ਚੰਬੇ ਨੂੰ ਚਲਾ ਗਿਆ। ਮਗਰੋਂ ਉਸ ਦੀ ਬਗੀਚੀ ਸੁੱਕ ਗਈ। ਫਿਰ ਬਾਬਾ ਜੀ ਨੇ ਸੰਗਤਾਂ ਨੂੰ ਫਰਮਾਇਆ ਕਿ ਇਸ ਦਾ ਫਲ ਸਾਰੇ ਵੰਡ ਕੇ ਛਕਿਆ ਕਰੋ, ਨਹੀਂ ਤਾਂ ਸੁੱਕ ਜਾਵੇਗੀ। ਅਤੇ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ ਬੇਰੀ ਦੀ ਦਾਤਣ ਕਰਕੇ ਗੱਡ ਦਿੱਤੀ ਸੀ, ਜੋ ਉਹ ਹਰੀ ਹੋ ਗਈ ਸੀ ਅਤੇ ਇੱਕ ਬੇਰੀ ਦਾ ਭਾਰੀ ਬਿਰਛ ਬਣ ਕੇ ਅੱਜ ਵੀ ਗੁਰਦੁਆਰਾ ਬਾਰਠ ਸਾਹਿਬ ਵਿਖੇ ਸੁਸ਼ੋਭਿਤ ਹੈ। ਅਤੇ ਜਿੱਥੇ ਬਾਬਾ ਸ਼੍ਰੀ ਚੰਦ ਜੀ ਬੈਠੇ ਸਨ ਉੱਥੇ ਇਹ ਅਸਥਾਨ ਵੀ ਮੌਜੂਦ ਹੈ। ਜਦ ਬਾਬਾ ਜੀ ਕਸ਼ਮੀਰ ਪਹੁੰਚੇ ਤਾਂ ਨਿੱਧਰੇ ਹੀ ਧੂਣਾ ਲਾ ਕੇ ਬੈਠ ਗਏ। ਸੰਗਤਾਂ ਵੀ ਆਣ ਕੇ ਦਰਸ਼ਨ ਕਰਨ ਤੇ ਪ੍ਰਸੰਨ ਹੋਣ। ਇੱਥੋਂ ਦਾ ਹਾਕਮ ਯਕੂਬ ਖਾਂ ਜ਼ਬਰਦਸਤੀ ਹਿੰਦੂਆਂ ਨੂੰ ਆਪਣੀ ਸ਼ਰ੍ਹਾ ਵਿੱਚ ਲਿਆਉਣ ਦੇ ਯਤਨ ਕਰੀ ਜਾ ਰਿਹਾ ਸੀ। ਹਜ਼ਾਰਾਂ ਹਿੰਦੂ ਮੁਸਲਮਾਨ ਕਰ ਛੱਡੇ ਸੀ, ਜੋ ਨਹੀਂ ਸੀ ਹੁੰਦਾ ਮਰਵਾਈ ਜਾਂਦਾ ਸੀ। ਤਾਂ ਜਦ ਹਿੰਦੂ ਪਤਵੰਤਿਆਂ ਨੂੰ ਬਾਬਾ ਜੀ ਦੇ ਆਏ ਦਾ ਪਤਾ ਚੱਲਿਆ, ਉਹਨਾਂ ਨੇ ਆਣ ਕੇ ਬੇਨਤੀ ਕੀਤੀ ਕਿ ਦੀਨਾਨਾਥ ਪ੍ਰਭੂ ਜੀ, ਇੱਥੋਂ ਦਾ ਹਾਕਮ ਯਕੂਬ ਖਾਂ ਬਹੁਤ ਅਤ ਕਰ ਰਿਹਾ ਹੈ। ਹਿੰਦੂ ਧਰਮ ਖਤਮ ਹੋ ਰਿਹਾ ਹੈ। ਮਿਹਰ ਕਰੋ ਅਤੇ ਹਿੰਦੂ ਧਰਮ ਦੇ ਰਕਸ਼ਕ ਬਣੋ। ਕੰਨਿਆ ਦੀ ਇੱਜ਼ਤ ਮਿੱਟੀ ਵਿੱਚ ਰੁਲ ਰਹੀ ਹੈ। ਮੰਦਰ ਸਭ ਬੰਦ ਕਰ ਰੱਖੇ ਹਨ। ਆਰਤੀ ਪੂਜਾ ਨਹੀਂ ਹੋ ਰਹੀ। ਇਸ ਤਰ੍ਹਾਂ ਦੇ ਬਹੁਤ ਦੁੱਖ ਜਦ ਬਾਬਾ ਸ਼੍ਰੀ ਚੰਦ ਜੀ ਨੇ ਸੁਣੇ ਤਾਂ ਬਾਬਾ ਜੀ ਨੇ ਆਖਿਆ ਕਿ ਐਸਾ ਉਹ ਕੌਣ ਦੁਸ਼ਟ ਹੈ ਜੋ ਐਸੇ ਜ਼ੁਲਮ ਕਰ ਰਿਹਾ ਹੈ, ਹਿੰਦੂ ਧਰਮ 'ਤੇ ਕਹਿਰ ਕਰ ਰਿਹਾ ਹੈ। ਬਾਬਾ ਜੀ ਨੇ ਕਿਹਾ, ਤੁਸੀਂ ਜਾਓ, ਮੇਰਾ ਇਹ ਸੰਦੇਸ਼ ਘਰ ਘਰ ਪਹੁੰਚਾ ਦਿਓ ਕਿ ਕਿਸੇ ਤੋਂ ਡਰ ਕੇ ਧਰਮ ਨਹੀਂ ਹਾਰਨਾ। ਸਦਾ ਜੱਗ 'ਤੇ ਜ਼ਿੰਦਗੀ ਨਹੀਂ ਰਹਿੰਦੀ, ਜ਼ਿੰਦਗੀ ਵਾਰ ਕੇ ਵੀ ਧਰਮ ਦੀ ਰੱਖਿਆ ਹੋਵੇਗੀ। ਬਾਬਾ ਸ਼੍ਰੀ ਚੰਦ ਜੀ ਦੇ ਇਹਨਾਂ ਬਚਨਾਂ ਨੇ ਬੁਝੇ ਹੋਏ ਦਿਲਾਂ 'ਤੇ ਕਾਫੀ ਅਸਰ ਪਾਇਆ। ਬਾਬਾ ਜੀ ਦੇ ਬਚਨ ਸੁਣ ਕੇ ਸਾਰੇ ਜਗਮਗਾ ਉੱਠੇ ਤੇ ਡਰ ਸਹਿਮ ਸਾਰੇ ਦੂਰ ਹੋ ਗਏ। ਜਦ ਯਕੂਬ ਖਾਂ ਨੂੰ ਪਤਾ ਲੱਗਾ ਕਿ ਇੱਕ ਯੋਗੀ ਫਕੀਰ ਆਇਆ ਹੈ ਜਿਸ ਨੇ ਸਭ ਹਿੰਦੂ ਵਿਗਾੜ ਦਿੱਤੇ ਹਨ, ਜੋ ਮੁਸਲਮਾਨ ਹੋਣ ਤੋਂ ਇਨਕਾਰ ਕਰ ਬੈਠੇ ਹਨ, ਤਾਂ ਉਸਨੇ ਸਮਝਿਆ ਕਿ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਜਾ ਕੇ ਪੁੱਛਣਾ ਜ਼ਰੂਰੀ ਹੈ। ਉਹ ਬਾਬਾ ਜੀ ਦੇ ਕੋਲ ਪੁੱਜਾ। ਬਹੁਤ ਸਾਰੇ ਲਫ਼ਜ਼ ਗੁੱਸੇ ਵਾਲੇ ਵੀ ਬੋਲ ਦਿੱਤੇ ਅਤੇ ਆਖਿਆ ਕਿ ਮੈਂ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਹਾਂ ਤੇ ਤੁਸੀਂ ਫੇਰ ਹਿੰਦੂ ਕਰੀ ਜਾ ਰਹੇ ਹੋ। ਇਸ ਤਰ੍ਹਾਂ ਮੇਰੇ ਦੀਨ ਇਸਲਾਮ ਨੂੰ ਕਾਫੀ ਠੇਸ ਲੱਗਦੀ ਹੈ। ਤੁਸੀਂ ਸਾਈਂ ਅੱਲਾ ਦਾ ਰੂਪ ਹੋ ਕੇ ਬਗਾਵਤ ਫੈਲਾ ਰਹੇ ਹੋ। ਇਹ ਤੁਸੀਂ ਠੀਕ ਨਹੀਂ ਕਰ ਰਹੇ। ਕਿੱਡੀ ਦੁਪਹਿਰ ਦੀ ਧੁੱਪ ਤੇ ਫੇਰ ਵੀ ਧੂਣਾ ਲਾਈ ਬੈਠੇ ਹੋ। ਪਰ ਮੈਂ ਆਪ ਦੇ ਨਾਲ ਹੋਰ 2-4 ਕਰਦਾ, ਪਰ ਧੁੱਪ ਬਹੁਤ ਹੈ, ਕੀ ਕਰਾਂ? ਤਾਂ ਬਾਬਾ ਜੀ ਨੇ ਉਸੇ ਹੀ ਵੇਲੇ ਜੋ ਲੱਕੜ ਧੂਣੇ ਵਿੱਚ ਬਲ ਰਹੀ ਸੀ ਖੜੀ ਕਰਕੇ ਧੂਣੇ 'ਤੇ ਹੀ ਗੱਡ ਦਿੱਤੀ ਤੇ ਆਪਣੀ ਦ੍ਰਿਸ਼ਟੀ ਦੇ ਨਾਲ ਹੀ
ਉਹ ਚਨਾਰ ਦੀ ਲੱਕੜ ਹਰੀ ਭਰੀ ਹੋ ਕੇ ਵੱਡਾ ਦਰਖਤ ਬਣ ਗਈ। ਖੂਬ ਛਾਇਆ ਹੋ ਗਈ ਤੇ ਮੀਰ ਨੂੰ ਕਹਿਣ ਲੱਗੇ ਕਿ ਮੀਰ ਜੀ ਆਈਏ, ਛਾਵੇਂ ਬੈਠੀਏ। ਤਾਂ ਇਹ ਕੌਤਕ ਵੇਖਦਿਆਂ ਹੀ ਮੀਰ ਯਕੂਬ ਖਾਂ ਦੀ ਹੋਸ਼ ਟਿਕਾਣੇ ਆ ਗਈ ਤੇ ਵੇਖਿਆ ਕਿ ਉੱਪਰੋਂ ਲੱਕੜ ਜਲ ਰਹੀ ਹੈ, ਹੇਠੋਂ ਹਰੀਆਂ ਹਰੀਆਂ ਲੰਗਰਾਂ ਵੱਧ ਰਹੀਆਂ ਹਨ ਤੇ ਛਾਇਆ ਹੋ ਰਹੀ ਹੈ। ਇਹ ਕੌਤਕ ਵੇਖ ਕੇ ਉਹ ਚਰਨਾਂ 'ਤੇ ਢਹਿ ਪਿਆ, ਹੱਥ ਜੋੜ ਕੇ ਮਾफ़ੀ ਮੰਗੀ ਕਿ ਮੈਨੂੰ ਬਖਸ਼ ਲਓ, ਮੈਂ ਭੁੱਲ ਗਿਆ, ਮੇਰੀ ਭੁੱਲ ਨੂੰ ਮਾफ़ ਕਰ ਦਿਓ, ਮੈਂ ਗੁਨਾਹੀ ਹਾਂ, ਮੇਰੇ ਗੁਨਾਹ ਬਖਸ਼ ਦਿਓ। ਆਪ ਜੀ ਤਾਂ ਅੱਲਾ ਦਾ ਰੂਪ ਹੋ। ਤਾਂ ਬਾਬਾ ਜੀ ਨੇ ਉਪਦੇਸ਼ ਕੀਤਾ ਕਿ ਇਹ ਸਭ ਖਲਕਤ ਉਸੇ ਹੀ ਖੁਦਾ ਦੀ ਬਣਾਈ ਹੋਈ ਹੈ, ਜੋ ਉਸ ਨੂੰ ਚੰਗਾ ਲੱਗਾ ਸੋ ਉਸ ਨੇ ਪਹਿਲੇ ਹੀ ਬਣਾ ਦਿੱਤਾ ਹੋਇਆ ਹੈ। ਇਹ ਕਿਸੇ ਬੰਦੇ ਦਾ ਨਹੀਂ ਬਣਾਇਆ ਹੋਇਆ ਹੈ ਕਿ ਮੈਂ ਇਸ ਤਰ੍ਹਾਂ ਕੀਤਾ ਹੈ ਤੇ ਹੁਣ ਇਸ ਨੂੰ ਬਦਲ ਕੇ ਮੈਂ ਇਸ ਤਰ੍ਹਾਂ ਕਰ ਦਿਆਂਗਾ। ਉਹ ਬੰਦਾ ਨਹੀਂ ਹੈ, ਉਹ ਖੁਦਾ ਹੈ, ਜਿਸ ਦੀ ਕੋਈ ਜਾਤ ਨਹੀਂ, ਕੋਈ ਗੋਤ ਨਹੀਂ, ਨਾ ਕੋਈ ਉਸ ਦਾ ਮਜ਼ਹਬ ਹੈ, ਨਾ ਉਹ ਹਿੰਦੂ ਹੈ ਤੇ ਨਾ ਹੀ ਉਹ ਮੁਸਲਮਾਨ ਹੈ। ਸਭ ਸੂਰਤਾਂ ਵਿੱਚ ਉਸੇ ਹੀ ਖੁਦਾ ਦਾ ਨੂਰੀ ਜਲਵਾ ਹੈ। ਇਸ ਵਾਸਤੇ ਸਭ ਖੁਦਾ ਦਾ ਨੂਰ ਹੈ। ਸਭ ਨਾਲ ਪਿਆਰ ਕਰੋ, ਖੁਦਾ ਦਾ ਰੂਪ ਜਾਣੋ ਤੇ ਸਭ ਦਾ ਸਤਿਕਾਰ ਕਰੋ। ਬਾਬਾ ਜੀ ਦੇ ਇਹਨਾਂ ਉਪਦੇਸ਼ਾਂ ਨੇ ਯਕੂਬ ਖਾਂ ਦੇ ਹਿਰਦੇ ਨੂੰ ਮੌਮ ਕਰ ਦਿੱਤਾ। ਸੋ ਇਸ ਤਰ੍ਹਾਂ ਅੱਗੇ ਤੋਂ ਜਾਤ ਪਾਤ ਦਾ ਵਿਤਕਰਾ ਛੱਡ ਦਿੱਤਾ ਤੇ ਸਭ ਨੂੰ ਇੱਕੋ ਨਜ਼ਰ ਨਾਲ ਵੇਖਣ ਲੱਗ ਪਿਆ। ਜੋ ਸਖਤੀਆਂ ਪਾਬੰਦੀਆਂ ਲਾਈਆਂ ਹੋਈਆਂ ਸਨ, ਸਭ ਦੂਰ ਕਰ ਦਿੱਤੀਆਂ। ਉਸ ਦਿਨ ਤੋਂ ਮੰਦਰਾਂ ਦੇ ਦਰਵਾਜ਼ੇ ਖੁੱਲ੍ਹ ਗਏ। ਪਾਠ, ਪੂਜਾ, ਆਰਤੀਆਂ, ਸੰਖ, ਘੜਿਆਲ, ਟੱਲ ਟੱਲੀਆਂ ਦੀ ਆਵਾਜ਼ ਮੰਦਰਾਂ ਵਿੱਚ ਗੂੰਜ ਉੱਠੀ। ਸੋ ਇਹ ਬਖਸ਼ਿਸ਼ ਹੈ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਤਾਪ ਦੀ। ਜਦ ਯਕੂਬ ਖਾਂ ਨੂੰ ਉਪਦੇਸ਼ ਦੇ ਕੇ ਚਲੇ ਗਏ ਤਾਂ ਦੂਸਰੇ ਦਿਨ ਨਗਰ ਕਸ਼ਮੀਰ ਵਿਖੇ ਧੂਣਾ ਲਾਈ ਬੈਠੇ ਸਨ। ਦੂਸਰੇ ਦਿਨ ਇੱਕ ਰੇਣਕਾ ਨਦੀ ਕੋਲ ਇੱਕ ਪੰਡਤਾਣੀ ਦਾ ਲੜਕਾ, ਜੋ ਮੁਸਲਮਾਨ ਦੀਨ ਇਸਲਾਮ ਨਾ ਮੰਨਣ ਕਰਕੇ ਮਰਵਾ ਦਿੱਤਾ ਸੀ, ਧੰਨਾ ਸਿੰਘ ਰੰਗੀਲੇ ਦੀ ਲਿਖਤ ਅਨੁਸਾਰ ਉਸ ਲੜਕੇ ਦੀ ਅਰਥੀ ਜਦ ਬਾਬਾ ਜੀ ਦੇ ਧੂਣੇ ਕੋਲੋਂ ਦੀ ਲੰਘ ਰਹੀ ਸੀ ਤਾਂ ਬਾਬਾ ਜੀ ਦੇ ਧੂਣੇ ਕੋਲ ਅਰਥੀ ਰੱਖ ਦਿੱਤੀ ਤੇ ਸਭ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ, ਇਸ ਵਿਚਾਰੀ ਪੰਡਤਾਣੀ ਦਾ ਇਹ ਇੱਕ ਪੁੱਤਰ ਸੀ, ਇਹ ਵੀ ਅੱਖਾਂ ਸਾਹਮਣੇ ਨਹੀਂ ਰਿਹਾ, ਜੋ ਇਸ ਪਾਪੀ ਹਕੂਮਤ ਨੇ ਨਹੀਂ ਛੱਡਿਆ ਤੇ ਮਾਰ ਦਿੱਤਾ ਹੈ। ਜੇਕਰ ਆਪ ਜੀ ਕਿਰਪਾ ਕਰੋ ਤਾਂ ਕਰ ਸਕਦੇ ਹੋ। ਇਸ ਦਾ ਹੋਰ ਕੋਈ ਸਹਾਰਾ ਨਹੀਂ ਹੈ, ਇਹ ਬਹੁਤ ਗਰੀਬ ਹੈ। ਜਦ ਸਭਨਾਂ ਨੇ ਬਾਬਾ ਜੀ ਦੇ ਅੱਗੇ ਇਸ ਤਰ੍ਹਾਂ ਬੇਨਤੀਆਂ ਕੀਤੀਆਂ ਤਾਂ ਬਾਬਾ ਜੀ ਧੂਣੇ ਤੋਂ ਉੱਠੇ, ਬੱਚੇ ਦੀ ਅਰਥੀ ਕੋਲ ਜਾ ਖੜੇ ਹੋਏ। ਇੱਕ ਪਲਕ ਅੱਖਾਂ ਬੰਦ ਕੀਤੀਆਂ ਤਾਂ ਫੌਰਨ ਧਰਮਰਾਜ ਦੇ ਫਰਿਸ਼ਤੇ ਕੋਲੋਂ ਜਾ ਕੇ ਪੰਡਤਾਣੀ ਦੇ ਬੱਚੇ ਦੀ ਰੂਹ ਵਾਪਸ ਲਿਆਂਦੀ। ਬੱਚੇ ਦੇ ਕਲਬੂਤ ਵਿੱਚ ਆਣ ਵਸੀ ਤਾਂ ਬਾਲਕ ਉਸੇ ਹੀ ਵੇਲੇ ਉੱਠ ਕੇ ਬੈਠ ਗਿਆ। ਸਭਨਾਂ ਨੇ ਬਾਬਾ ਜੀ ਦਾ ਧੰਨਵਾਦ ਕੀਤਾ, ਨਮਸਕਾਰਾਂ ਕੀਤੀਆਂ ਕਿ ਧੰਨ ਉਹ ਪਾਰਬ੍ਰਹਮ ਪ੍ਰਭੂ ਜਿਸ ਨੇ ਇਸ ਮਹਾਨ ਆਪਣੀ ਸ਼ਕਤੀ ਨੂੰ ਭੇਜਿਆ ਤੇ ਇਸ ਬੱਚੇ ਨੂੰ ਦੁਬਾਰਾ ਜੀਵਨ ਦਾਨ ਬਖਸ਼ਿਆ ਹੈ। ਸੋ ਅੱਜ ਵੀ ਇਸ ਬੱਚੇ ਦੇ ਪਰਿਵਾਰ ਦੀ ਸ਼ਾਖਾ ਕਸ਼ਮੀਰ ਵਿਖੇ ਆਬਾਦ ਹੈ ਅਤੇ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਬਸ ਅੱਗੇ ਤੋਂ ਐਸੀ ਪਾਪੀ ਦੁਸ਼ਟ ਹਕੂਮਤ ਦਾ ਸਫਾਇਆ ਹੋ ਜਾਏਗਾ ਅਤੇ ਧਰਮ ਦੇ ਨਿਸ਼ਾਨ ਸਦਾ ਹੀ ਝੂਲਦੇ ਰਹਿਣਗੇ ਅਤੇ ਆਰਤੀ ਪੂਜਾ ਦੇ ਸੰਖ ਘੜਿਆਲ ਵੱਜਦੇ ਰਹਿਣਗੇ। ਇਸੇ ਤਰ੍ਹਾਂ ਇੱਕ ਦਿਨ ਬਾਬਾ ਜੀ ਸਿੰਧ ਵਿੱਚ ਧੂਣਾ ਲਈ ਬੈਠੇ ਸਨ। ਸੰਗਤਾਂ ਦਰਸ਼ਨ ਕਰਕੇ ਪ੍ਰਸੰਨ ਹੋ ਰਹੀਆਂ ਸਨ। ਨਾਮ ਸਿਮਰਨ ਧਰਮ ਦਾ ਉਪਦੇਸ਼ ਹੋ ਰਿਹਾ ਸੀ ਤਾਂ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਕੰਬਲੀਏ ਨੇ ਬੇਨਤੀ ਕੀਤੀ ਕਿ ਮੈਂ ਇਸ ਥਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ, ਆਪ ਕਿਰਪਾ ਕਰੋ, ਮੇਰੇ ਸਾਥ ਚਲੋ ਤਾਂ ਦਰਸ਼ਨ ਕੀਤੇ ਜਾਣ। ਸਬਬ ਨਾਲ ਹੀ ਬਾਬਾ ਜੀ ਇੱਥੇ ਆਏ ਅਤੇ ਦਰਿਆ ਦੇ ਕਿਨਾਰੇ 'ਤੇ ਅੱਗੇ ਹੀ ਖੜੇ ਸਨ। ਬਾਬਾ ਜੀ ਦੇ ਮੁਖ ਤੋਂ ਨਿਕਲ ਗਿਆ ਕਿ ਕਮਲੀਆ ਜੀ, ਤੁਸੀਂ ਇਸ ਦਰਿਆ ਵਿੱਚ ਅੱਖਾਂ ਮੀਟ ਕੇ ਛਾਲ ਮਾਰ ਦਿਓ। ਤਾਂ ਉਸੇ ਹੀ ਵੇਲੇ ਕਮਲੀਆ ਜੀ ਨੇ ਛਾਲ ਮਾਰ ਦਿੱਤੀ ਤੇ ਜਗਨਨਾਥਪੁਰੀ ਕੋਲ ਸਮੁੰਦਰ ਦੇ ਅਗਲੇ ਕਿਨਾਰੇ ਜਾ ਨਿਕਲੇ। ਇੱਧਰ ਉੱਧਰ ਵੇਖ ਕੇ ਲੋਕਾਂ ਨੂੰ ਪੁੱਛਿਆ ਕਿ ਇਹ ਕਿਹੜਾ ਸਥਾਨ ਹੈ ਤਾਂ ਉਹਨਾਂ ਨੇ ਦੱਸਿਆ ਕਿ ਇਹ ਜਗਨਨਾਥਪੁਰੀ ਹੈ ਤੇ ਉਹ ਸਾਹਮਣੇ ਮੰਦਰ ਹੈ। ਤਾਂ ਕਮਲੀਆ ਜੀ ਮੰਦਰ ਵੱਲ ਤੁਰ ਪਏ
ਜਦ ਮੰਦਰ ਦੇ ਦਰਵਾਜ਼ੇ ਅੱਗੇ ਪੁੱਜੇ ਤਾਂ ਅੱਗੇ ਸ਼ਕਤੀਆਂ ਦੇ ਭੰਡਾਰ ਬਾਬਾ ਸ਼੍ਰੀ ਚੰਦ ਜੀ ਨੂੰ ਬੈਠਿਆਂ ਵੇਖਿਆ। ਪਰ ਚੰਗੀ ਤਰ੍ਹਾਂ ਜਾਣਦੇ ਸੀ ਬਾਬਾ ਜੀ ਦੀ ਸ਼ਕਤੀ ਨੂੰ ਕਿ ਸ਼ਕਤੀਆਂ ਦੇ ਅਥਾਹ ਵੱਡੇ ਸਾਗਰ ਹਨ ਤੇ ਧਨ ਹਨ। ਤਾਂ ਫੇਰ ਵੀ ਪੁੱਛਿਆ ਕਿ ਆਪ ਕਦੋਂ ਦੇ ਆ ਗਏ ਹੋ? ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਿ ਕਮਲਿਆ ਜੀ, ਜਦੋਂ ਦੇ ਤੁਸੀਂ ਆਏ ਹੋ ਤਦੋਂ ਦੇ ਅਸੀਂ ਆਏ ਹਾਂ। ਇਹ ਬਚਨ ਹੋ ਹੀ ਰਹੇ ਸਨ ਤਾਂ ਉੱਧਰੋਂ ਜਗਨਨਾਥ ਜੀ ਦੀ ਆਰਤੀ ਦਾ ਵਕਤ ਹੋ ਗਿਆ, ਜੋ ਨਿੱਤ ਹੁਣ ਵੀ ਹੋਇਆ ਕਰਦੀ ਹੈ। ਆਰਤੀ ਹੋ ਗਈ ਸੀ। ਉੱਧਰੋਂ ਹੁਣ ਜਗਨਨਾਥ ਜੀ ਦੇ ਮੰਦਰ ਮੂਰਤੀ ਨੂੰ ਪ੍ਰਸ਼ਾਦ ਦਾ ਭੋਗ ਲੱਗਣਾ ਸੀ। ਪੁਜਾਰੀ ਨੇ ਬਾਬਾ ਜੀ ਨੂੰ ਆਖਿਆ ਕਿ ਤੁਸੀਂ ਮੰਦਰ ਤੋਂ ਬਾਹਰ ਚੱਲ ਬੈਠੋ, ਅਸੀਂ ਮਹਾਰਾਜ ਜਗਨਨਾਥ ਜੀ ਨੂੰ ਭੋਗ ਲਵਾ ਲਈਏ, ਫਿਰ ਤੁਸੀਂ ਆਣ ਬੈਠਣਾ। ਤਾਂ ਬਾਬਾ ਜੀ ਅਤੇ ਕਮਲਿਆ ਜੀ ਮੰਦਰ ਵਿੱਚੋਂ ਬਾਹਰ ਆਣ ਬੈਠੇ, ਜੋ ਥੋੜ੍ਹੀ ਦੂਰ ਧੂਣਾ ਚੇਤਨ ਕਰਕੇ ਬੈਠ ਗਏ। ਤਾਂ ਮੰਦਰ ਦੇ ਪੁਜਾਰੀ ਨੇ ਪ੍ਰਸ਼ਾਦ ਵਾਲਾ ਥਾਲ ਅਤੇ ਜਲ ਵਾਲਾ ਪਾਤਰ, ਜੋ ਛੋਟੀ ਇੱਕ ਗੜਵੀ ਹੁੰਦੀ ਹੈ, ਜਗਨਨਾਥ ਜੀ ਦੀ ਮੂਰਤੀ ਦੇ ਅੱਗੇ ਰੱਖ ਕੇ ਪਰਦਾ ਅੱਗੇ ਕਰ ਦਿੱਤਾ ਕਿ ਪਰਦੇ ਵਿੱਚ ਕੋਈ ਵੇਖ ਨਾ ਸਕੇ। ਕੁਝ 10-20 ਮਿੰਟਾਂ ਬਾਅਦ ਮੂਰਤੀ ਦੇ ਅੱਗਿਓਂ ਥਾਲ ਉਠਾਉਣਾ ਸੀ। ਜਦੋਂ ਪਰਦਾ ਚੱਕ ਕੇ ਦੇਖਿਆ ਤਾਂ ਨਾ ਉੱਥੇ ਥਾਲ, ਨਾ ਪ੍ਰਸ਼ਾਦ, ਨਾ ਜਲ ਵਾਲੀ ਗੜਵੀ। ਉਹ ਵੇਖ ਕੇ ਬਹੁਤ ਹੈਰਾਨ ਹੋ ਗਿਆ। ਨਾ ਹੀ ਉੱਥੇ ਕੋਈ ਮੂਰਤੀ ਹੀ ਦਿਸੀ। ਸਾਰੇ ਹੀ ਰੌਲਾ ਪੈ ਗਿਆ ਕਿ ਇਹ ਘਟਨਾ ਗੁਜ਼ਰ ਗਈ ਹੈ। ਨਾ ਪ੍ਰਸ਼ਾਦ ਵਾਲਾ ਥਾਲ ਹੈ ਤੇ ਨਾ ਹੀ ਕੋਈ ਮੂਰਤੀ ਹੈ। ਪੁਜਾਰੀ ਵੀ ਮੰਦਰ ਵਿੱਚ ਹੀ ਰਹਿੰਦਾ ਸੀ। ਹੋਰ ਵੀ ਕਾਫੀ ਲੋਕ ਸਨ ਅਤੇ ਬਾਹਰ ਤੋਂ ਕੋਈ ਬੰਦਾ ਆਉਂਦਾ ਜਾਂਦਾ ਵੀ ਨਹੀਂ ਦਿਸਿਆ। ਹੈਰਾਨਗੀ ਵਰਤ ਗਈ। ਤਾਂ ਬਾਬਾ ਜੀ ਨੇ ਇਹ ਅਚੰਭਾ ਚਮਤਕਾਰ ਦਿਖਾਇਆ ਕਿ ਜਿਸ ਪ੍ਰਸ਼ਾਦ ਦਾ ਜਗਨਨਾਥ ਜੀ ਨੇ ਭੋਗ ਲਾਉਣਾ ਸੀ, ਉਹ ਖੁਦ ਬਾਬਾ ਜੀ ਨੂੰ ਪ੍ਰਸ਼ਾਦ ਛਕਾ ਰਿਹਾ ਹੈ। ਬਾਬਾ ਜੀ ਨੇ ਕਮਲਿਆ ਜੀ ਦੇ ਹੱਥ ਪੁਜਾਰੀ ਵੱਲ ਸੁਨੇਹਾ ਭੇਜ ਦਿੱਤਾ ਕਿ ਤੁਸੀਂ ਕੋਈ ਚਿੰਤਾ ਨਾ ਕਰੋ, ਜਗਨਨਾਥ ਜੀ ਸਾਡੇ ਆਸ਼ਰਮ ਧੂਣੇ 'ਤੇ ਪ੍ਰਸ਼ਾਦ ਛਕਾ ਰਿਹਾ ਹੈ। ਨਾਲੇ ਪ੍ਰਸ਼ਾਦ ਵਾਲਾ ਆਪਣਾ ਥਾਲ ਆਣ ਕੇ ਲੈ ਜਾਓ ਅਤੇ ਨਾਲੇ ਜਗਨਨਾਥ ਜੀ ਦੀ ਮੂਰਤੀ ਲੈ ਜਾਓ। ਜਗਨਨਾਥ ਜੀ ਸਾਡੇ ਪਾਸ ਆਏ ਹਨ। ਇਸ ਹੈਰਾਨਗੀ ਵਿੱਚ ਪੁਜਾਰੀ ਅਤੇ ਹੋਰ ਸਿਆਣੇ ਲੋਕ ਜਗਨਨਾਥਪੁਰੀ ਦੇ ਰਾਜੇ ਨੂੰ ਵੀ ਨਾਲ ਲੈ ਕੇ ਬਾਬਾ ਜੀ ਵੱਲ ਤੁਰ ਪਏ। ਤਾਂ ਦੂਰੋਂ ਕੀ ਵੇਖਿਆ ਕਿ ਬਾਬਾ ਸ਼੍ਰੀ ਚੰਦ ਜੀ ਪ੍ਰਸ਼ਾਦ ਛਕ ਰਹੇ ਹਨ, ਜਗਨਨਾਥ ਜੀ ਕੋਲ ਬੈਠੇ ਛਕਾ ਰਹੇ ਹਨ। ਜਦ ਨਜ਼ਦੀਕ ਪੁੱਜੇ ਤਾਂ ਜਗਨਨਾਥ ਜੀ ਅਲੋਪ ਹੋ ਗਏ। ਹੁਣ ਜਾਂ ਖਾਲੀ ਥਾਲ ਸੀ ਜਾਂ ਸ਼੍ਰੀ ਜਗਨਨਾਥ ਜੀ ਦੀ ਸੰਗਮਰਮਰ ਦੀ ਮੂਰਤੀ ਪਈ ਹੈ। ਪੁਜਾਰੀ ਜਦ ਮੂਰਤੀ ਉਠਾਉਣ ਲੱਗਾ, ਮੂਰਤੀ ਉਠਾਈ ਨਹੀਂ ਗਈ। ਤਾਂ ਬਾਬਾ ਜੀ ਨੇ ਆਖਿਆ ਕਿ ਜਾਓ ਜਗਨਨਾਥ ਜੀ, ਆਪਣੇ ਸਥਾਨ 'ਤੇ ਜਾਓ। ਤਾਂ ਮੂਰਤੀ ਹਿੱਲੀ। ਪੁਜਾਰੀ ਨੇ ਮੂਰਤੀ ਉਠਾਈ, ਨਾਲ ਖਾਲੀ ਥਾਲ ਲੈ ਕੇ ਪੁਜਾਰੀ ਮੰਦਰ ਨੂੰ ਚਲਾ ਗਿਆ। ਰਾਜੇ ਅਤੇ ਹੋਰਨਾਂ ਨੇ ਬਾਬਾ ਜੀ ਦੇ ਚਰਨਾਂ 'ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਅਸੀਸਾਂ ਲਈਆਂ। ਇਸ ਘਟਨਾ ਮਗਰੋਂ ਬਾਬਾ ਸ਼੍ਰੀ ਚੰਦ ਜੀ ਅਲੋਪ ਹੋ ਗਏ। ਮਗਰੋਂ ਬਾਬਾ ਜੀ ਦੇ ਧੂਣੇ ਦੇ ਨਾਂ 'ਤੇ ਰਾਜੇ ਨੇ 500 ਏਕੜ ਜ਼ਮੀਨ ਲਾ ਦਿੱਤੀ, ਜੋ ਅੱਜ ਵੀ ਕਾਇਮ ਹੈ। ਉਸ ਪਵਿੱਤਰ ਅਸਥਾਨ ਦਾ ਨਾਂ ਧੂਣਾ ਭਗਵਾਨ ਸ਼੍ਰੀ ਚੰਦਰ ਜੀ ਪ੍ਰਸਿੱਧ ਹੈ, ਜੋ ਸਮੁੰਦਰ ਦੇ ਕਿਨਾਰੇ ਜਗਨਨਾਥ ਮੰਦਰ ਤੋਂ 3 ਫਰਲਾਂਗ ਦੀ ਦੂਰੀ 'ਤੇ ਬਣਿਆ ਹੋਇਆ ਹੈ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਬਾਬਾ ਸ਼੍ਰੀ ਚੰਦ ਜੀ ਆਪਣੇ ਕੌਤਕਾਂ ਨਾਲ ਸੰਗਤ ਦਾ ਉਧਾਰ ਕਰਿਆ ਕਰਦੇ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।